स्वागत है जी एक बार फिर आप सब ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ। ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨਾਲ। ਪਿਛਲੇ ਕੁਝ ਮਹੀਨਿਆਂ ਤੋਂ ਤੁਹਾਡੇ ਨਾਲ ਇੱਥੇ ਆ ਕੇ ਸਾਂਝ ਪਾ ਰਹੇ ਨੇ ਵੱਖਰੇ ਮੁੱਦਿਆਂ ਦੇ ਉੱਤੇ। ਅੱਜ ਦਾ ਵਿਸ਼ਾ ਜਿਸ ਦੇ ਬਾਰੇ ਤੁਹਾਡੇ ਨਾਲ ਸਾਂਝ ਪਾਣਾ ਚਾਹੁੰਦੇ ਹਾਂ ਕਿ ਹਰ ਇੱਕ ਕੋਈ ਜੋ ਹੈ ਸੁਣਦਾ ਹੈ, ਕੋਈ ਕਥਾ ਸੁਣ ਰਿਹਾ ਹੈ, ਕੋਈ ਕੀਰਤਨ ਸੁਣ ਰਿਹਾ ਹੈ, ਕੋਈ ਕਹਿੰਦਾ ਜੀ ਕੀਰਤਨ ਸੁਣ ਕੇ ਬਹੁਤ ਰਸ ਆਇਆ, ਬਹੁਤ ਸੁਰੀਲੀ ਆਵਾਜ਼ ਸੀ, ਪਰ ਇਹ ਸਾਰਾ ਸੁਣਨ ਦੇ ਬਾਵਜੂਦ ਸਾਡੇ ਜੀਵਨ ਦੇ 'ਚੋਂ ਬਦਲਾਅ ਕਿਉਂ ਨਹੀਂ ਆ ਰਿਹਾ? ਕਿਉਂਕਿ ਗੁਰੂ ਸਾਹਿਬ ਨੇ ਤਾਂ ਜਿਨ੍ਹਾਂ ਨੂੰ ਕਿ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਉਹਨਾਂ ਸ਼ਖਸੀਅਤਾਂ ਕੋਲ ਵੀ ਗਏ ਜਿਨ੍ਹਾਂ ਨੇ ਕਿ ਸਿਰਫ ਇੱਕ ਬੋਲ ਹੀ ਸੁਣ ਕੇ ਆਪਣੇ ਜੀਵਨ ਵਿੱਚ ਪਰਿਵਰਤਨ ਲਿਆਤਾ, ਲੇਕਿਨ ਅੱਜ ਤਾਂ ਅਸੀਂ ਸੁਣ ਕੇ ਕੋਈ ਐਸਾ ਸਮਾਂ ਨਹੀਂ ਛੱਡਦੇ ਜਿਸ ਕਿ ਸਵੇਰੇ ਕੀਰਤਨ ਨਹੀਂ ਸੁਣ ਰਹੇ ਜਾਂ ਦੁਪਹਿਰ ਨੂੰ ਕਥਾ ਨਹੀਂ ਸੁਣ ਰਹੇ। ਗੁਰਦੁਆਰਿਆਂ 'ਚ ਵੀ ਪ੍ਰਚਾਰ ਹੋ ਰਿਹਾ ਹੈ, ਮੀਡੀਆ 'ਤੇ ਵੀ ਪ੍ਰਚਾਰ ਹੋ ਰਿਹਾ ਹੈ, ਪਰ ਇਸ ਦਾ ਅਸਰ ਸਾਡੇ 'ਤੇ ਕਿਉਂ ਨਹੀਂ ਪੈ ਰਿਹਾ? ਆਓ ਇਸ ਸੰਬੰਧ ਵਿੱਚ ਜਾਣਕਾਰੀ ਲੈਂਦੇ ਹਾਂ ਯਾਨੀ ਅੰਮ੍ਰਿਤਪਾਲ ਸਿੰਘ ਤੋਂ। ਜੀ ਆਨੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ, ਸੁਣਨ ਦੀ ਜਿੱਥੇ ਮੈਂ ਅੱਜ ਜਿਹੜਾ ਟੌਪਿਕ ਲੈ ਕੇ ਆਏ ਹਾਂ ਕਿ ਸੁਣਨ ਵਾਸਤੇ ਵੀ ਕੁਝ ਨਾ ਕੁਝ ਕੋਈ ਕੰਡੀਸ਼ਨਸ ਹੋਣੀਆਂ ਚਾਹੀਦੀਆਂ ਨੇ, ਕੁਝ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਅੱਜ ਸੁਣਨ ਦੀ ਕੋਈ ਘਾਟ ਨਹੀਂ ਹੈਗੀ। ਮੀਡੀਆ 'ਤੇ ਵੀ ਬਹੁਤ ਪ੍ਰਚਾਰ ਹੋ ਰਿਹਾ ਹੈ, ਪਰ ਇਹਦਾ ਜੋ ਝਲਕਣਾ ਚਾਹੀਦਾ ਸੀ ਸਾਡੇ ਕਰੈਕਟਰ 'ਚੋਂ, ਸਾਡੇ ਜੀਵਨ ਵਿੱਚੋਂ, ਉਹ ਨਾ ਬੱਚਿਆਂ ਦੇ ਜੀਵਨ 'ਚੋਂ ਰਿਫਲੈਕਟ ਹੋ ਰਿਹਾ, ਨਾ ਮਾਪਿਆਂ ਦੇ ਹੋ ਰਿਹਾ ਅਤੇ ਨਾ ਹੀ ਸਾਡੇ ਬਜ਼ੁਰਗਾਂ ਤੋਂ ਹੋ ਰਿਹਾ। ਕੀ ਇਹਦੇ ਕਾਰਨ ਹੈਗੇ? ਸਰ ਹਰਪ੍ਰੀਤ ਸਿੰਘ ਜੀ, ਬਿਲਕੁਲ ਇਹ ਠੀਕ ਗੱਲ ਹੈਗੀ ਹੈ। ਅਸੀਂ ਸੁਣ ਬਹੁਤ ਰਹੇ ਹਾਂ, ਜਿਵੇਂ ਤੁਸੀਂ ਸਟਾਰਟਿੰਗ ਵਿੱਚ ਹੀ ਕਿਹਾ ਹੈਗਾ ਕਿ ਸੱਜਣ ਵਰਗਿਆਂ ਨੇ ਤੇ ਜਿਵੇਂ ਇੱਕ ਸ਼ਬਦ ਸੁਣ ਕੇ ਹੀ ਜ਼ਿੰਦਗੀ ਤਬਦੀਲ ਕਰ ਲਈ। ਅਸਲ ਵਿੱਚ ਕੀਰਤਨ ਨੂੰ ਸੁਣਨ ਦਾ ਇੱਕ ਅਲੱਗ ਤਰੀਕਾ ਹੈ, ਕਥਾ ਸੁਣਨ ਦਾ ਅਲੱਗ ਤਰੀਕਾ ਹੈ। ਜੇ ਕੋਈ ਆਦਮੀ ਕਹੇ ਮੈਨੂੰ ਕੀਰਤਨ ਸੁਣ ਕੇ ਬੜਾ ਆਨੰਦ ਆਇਆ, ਸਮਝ ਲੱਗਦੀ ਉਸ ਗੱਲ ਦੀ, ਪਰ ਜਦੋਂ ਮੈਨੂੰ ਕੋਈ ਆ ਕੇ ਇਹ ਗੱਲ ਕਹਿੰਦਾ ਨਾ ਭਾਈ ਸਾਹਿਬ ਜੀ ਕਥਾ ਸੁਣ ਕੇ ਬੜਾ ਆਨੰਦ ਆਇਆ, ਮੈਨੂੰ ਇਹ ਗੱਲ ਕਹਿਣਾ ਵਾ ਆਨੰਦ ਤੇ ਆਇਆ, ਚਲੋ ਠੀਕ ਹੈ, ਪਰ ਸੋਝੀ ਕੀ ਮਿਲੀ? ਠੀਕ, ਗਿਆਨ ਕੀ ਮਿਲਿਆ? ਸਿੱਖਿਆ ਕੀ ਹੈ? ਕਿਉਂਕਿ ਜੇ ਕੁਝ ਸਿੱਖਿਆ ਹੋਏਗਾ ਤੇ ਆਨੰਦ ਆਏਗਾ ਨਾ। ਗੱਲ ਇਹ ਨਹੀਂ ਵੀ ਆਨੰਦ ਆਇਆ, ਗੱਲ ਇਹ ਵੀ ਸਮਝ ਕੀ ਲੱਗੀ ਸਾਨੂੰ ਜੀ। ਹੁਣ ਕੀਰਤਨ ਤੇ ਕਥਾ ਨੂੰ ਸੁਣਨ, ਦੋਨਾਂ ਨੂੰ ਸੁਣਨ ਦੇ ਵੱਖ-ਵੱਖ ਤਰੀਕੇ ਨੇ। ਕਦੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸਿੱਖ ਨੇ ਸਵਾਲ ਕੀਤਾ ਸੀ ਵੀ ਕੀਰਤਨ ਨੂੰ ਕਿਵੇਂ ਸੁਣਿਆ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਕੀਰਤਨ ਸੁਣਨ ਦੇ 5 ਤਰ੍ਹਾਂ ਦੇ ਸਰੋਤੇ ਹੁੰਦੇ ਨੇ। ਸਰੋਤਾ ਜਗ ਮੈਂ 5 ਪ੍ਰਕਾਰੀ, ਸੋ ਹਮ ਤੁਮ ਸੋ ਕਰਤ ਉਚਾਰੀ। ਉਹ ਸਿੱਖ ਹੈਰਾਨ ਹੋਇਆ ਵੀ 5 ਤਰੀਕੇ ਨਾਲ ਕੀਰਤਨ ਸੁਣਿਆ ਜਾ ਸਕਦਾ ਹੈ। ਸਤਿਗੁਰੂ ਕਹਿਣ ਲੱਗੇ ਹਾਂ, ਇੱਕ ਤਰੀਕਾ ਹੈ ਕਿ ਇੱਕ ਮਨੁੱਖ ਰਾਗਾਂ ਦੀ ਸਮਝ ਰੱਖਦਾ ਹੈ। ਉਹ ਦੇਖ ਰਿਹਾ ਵੀ ਇਹ ਸਵੇਰ ਦਾ ਰਾਗ ਚੱਲ ਰਿਹਾ, ਇਹ ਸ਼ਾਮ ਦਾ ਰਾਗ ਚੱਲ ਰਿਹਾ, ਜਾਂ ਇਹ ਰਾਗਣੀ ਹੈ, ਇਹ ਰਾਗ ਹੈ। ਉਹ ਬੜਾ ਰਾਗਾਂ ਦੇ ਪ੍ਰਤੀ ਸੁਚੇਤ ਹੈ। ਜਦੋਂ ਕੋਈ ਕੀਰਤਨੀਆ ਕੀਰਤਨ ਕਰਦਾ ਹੈ, ਉਹ ਫਟ ਦੱਸ ਦਿੰਦਾ ਹੈ ਇਹ ਫਲਾਣਾ ਰਾਗ ਹੈ। ਔਰ ਬਹੁਤ ਜ਼ਰੂਰੀ ਹੈ, ਸਾਡੀ ਸਾਰੀ ਹੀ ਬਾਣੀ ਰਾਗਾਂ ਦੇ ਆਧਾਰਿਤ ਹੈਗੀ ਹੈ, ਤੇ ਕੁਝ ਕੁ ਬਾਣੀ ਨੂੰ ਛੱਡ ਕੇ ਤਕਰੀਬਨ ਸ੍ਰੀ ਰਾਗ ਤੋਂ ਜਯਵੰਤੀ ਤੱਕ 31 ਸਾਡੇ ਰਾਗ ਹੀ ਨੇ ਜੀ। ਦੂਸਰਾ ਸਰੋਤਾ ਉਹ ਹੈ ਜਿਹੜਾ ਸੁਰ ਗਿਆਨ ਰੱਖਦਾ ਹੈ, ਜਿਹੜਾ ਸੋਚ ਰਿਹਾ ਵੀ ਇੱਥੇ ਹੁਣ ਕੀਰਤਨੀਆ ਸਿੰਘ ਬੜਾ ਸੁਰ ਦੇ ਵਿੱਚ ਗਾ ਰਿਹਾ ਹੈ, ਇੱਥੇ ਇਹ ਬੇਸੁਰਾ ਹੋ ਗਿਆ, ਸੁਰ ਕਿਹੜੀ ਵੱਜ ਰਹੀ ਹੈ, ਇਹਦੀ ਆਵਾਜ਼ ਕਿੱਥੇ ਜਾ ਰਹੀ ਹੈ। ਸਿੱਖ ਨੂੰ ਸੁਰ ਗਿਆਨ ਵੀ ਹੋਵੇ। ਤੀਜਾ ਉਹ ਹੈ ਸਰੋਤਾ ਜਿਹੜਾ ਤਾਲ ਵੱਲ ਧਿਆਨ ਦੇ ਰਿਹਾ ਹੈ ਕਿ ਕੀਰਤਨੀਆ ਜਿਹੜਾ ਕੀਰਤਨ ਕਰ ਰਿਹਾ ਹੈ ਉਹ ਕਹਿਰਵੇ ਦਾ ਸ਼ਬਦ ਪੜ੍ਹ ਰਿਹਾ ਹੈ ਤੇ ਇਹ ਦਾਦਰਾ ਵਜਾ ਰਿਹਾ ਹੈ, ਜਾਂ ਇਹਨੇ ਝਪ ਤਾਲ ਸ਼ੁਰੂ ਕਰ ਦਿੱਤਾ, ਉਹ ਸੂਲ ਤਾਲ ਦਾ ਸ਼ਬਦ ਪੜ੍ਹ ਰਿਹਾ ਹੈ। ਭਾਵ ਤਾਲ ਦੀ ਸੂਝ ਰੱਖਣੀ ਵੀ ਸਰੋਤਾ, ਇੱਕ ਸਰੋਤਾ ਮੰਨਿਆ ਗਿਆ ਜਿਹੜਾ ਤਾਲ ਦੀ ਸਮਝ ਰੱਖਦਾ ਹੈ। ਚੌਥੇ ਸਰੋਤੇ ਉਹ ਨੇ ਜਿਹੜੇ ਕੀਰਤਨ ਸਰਵਣ ਕਰਦਿਆਂ ਹੋਇਆ ਇਹ ਦੇਖਦੇ ਨੇ ਵੀ ਇਹਨਾਂ ਦੇ ਸਾਜ਼ ਬੜੇ ਵਧੀਆ ਨੇ, ਸੁਰ 'ਚ ਨੇ, ਵਾਜਾ ਸੁਰ ਵਿੱਚ ਹੈ, ਤਬਲਾ ਸੁਰ 'ਚ ਹੈ, ਹਾਂ ਇਹਦਾ ਤਬਲਾ ਜਿਹੜਾ ਉਹ ਬੇਸੁਰਾ ਹੈ, ਜਾਂ ਇਹਦੇ ਵਾਜੇ ਵਧੀਆ ਨਹੀਂ ਹੈ। ਚੌਥੇ ਸਾਜ਼ਾਂ ਦੀ ਸਮਝ ਰੱਖਦੇ ਨੇ। 4 ਸਰੋਤੇ ਹੋ ਗਏ। 5ਵੇਂ ਸਰੋਤੇ ਇਹ ਨੇ ਜਿਹੜੇ ਕੀਰਤਨ ਸੁਣਦਿਆਂ ਇਹ ਸੋਚਦੇ ਨੇ ਕਿ ਰਾਗੀ ਸਿੰਘ ਕਿਸ ਸ਼ਬਦ ਦਾ ਕੀਰਤਨ ਕਰ ਰਿਹਾ ਹੈ, ਕੀਰਤਨੀਆ ਕਿਹੜਾ ਸ਼ਬਦ ਗਾ ਰਿਹਾ ਹੈ, ਉਸ ਸ਼ਬਦ ਵਿੱਚ ਗੁਰੂ ਮੈਨੂੰ ਹੁਕਮ ਕੀ ਕਰ ਰਹੇ ਨੇ। ਸਤਿਗੁਰੂ ਕਹਿਣ ਲੱਗੇ ਇਹ 5 ਸਰੋਤੇ ਨੇ। ਠੀਕ, ਸਰੋਤਾ ਜਗ ਮੈਂ 5 ਪ੍ਰਕਾਰੀ, ਸੋ ਹਮ ਤੁਮ ਸੋ ਕਰਤ ਉਚਾਰੀ। ਰਾਗ ਰਾਗਨੀ ਸਮਝੈ ਏਕਾ। ਇਹ ਕੌਣ ਨੇ ਜਿਹੜੇ ਰਾਗਾਂ ਦੀ ਸੂਝ ਰੱਖਦੇ ਨੇ? ਦੁਤੀਏ ਸੁਰ ਸੁਣ ਲਖੈ ਵਿਵੇਕਾ, ਦੂਜੇ ਸੁਰ ਗਿਆਨ ਰੱਖਦੇ ਨੇ। ਤ੍ਰਿਤੀਏ ਤਾਲ ਵਿਖੇ ਹਿਤ ਦਈਆ, ਤੀਜੇ ਉਹਨੇ ਜਿਹੜਾ ਤਾਲ ਦਾ ਧਿਆਨ ਰੱਖਦੇ ਨੇ, ਬੇਤਾਲਾ ਹੋ ਗਿਆ ਜਾਂ ਇਹ ਸੰਗੀਤ ਤਾਲ ਵਿੱਚ ਚੱਲ ਰਿਹਾ। ਚਤੁਰਥ ਬਾਦਤ ਕੋ ਰਸ ਲਈਆ, ਚੌਥੇ ਜਿਹੜੇ ਨੇ ਬਾਦਤ ਨੇ ਵਾਜਿਆਂ ਦਾ ਰਸ ਲੈਂਦੇ ਨੇ, ਇਹ ਵਾਜੇ ਬੇਸੁਰੇ ਨੇ ਜਾਂ ਸੁਰ ਵਿੱਚ ਨੇ ਜਾਂ ਸੋਹਣੇ ਨੇ ਜਾਂ ਮਾੜੇ ਨੇ। ਪੰਚਮ ਸ਼ਬਦ ਅਰਥ ਕੋ ਚੀਨਾ, ਤਾਤ ਪਰਜ ਸਮਝੈ ਪ੍ਰਵੀਨਾ। ਕਹਿਣ ਲੱਗੇ ਕਿ ਉਹ ਪ੍ਰਵੀਨ ਸਰੋਤਾ ਹੈ ਜਿਹੜਾ ਸ਼ਬਦ ਦੇ ਅਰਥ ਸੁਣ ਰਿਹਾ ਹੈ, ਸ਼ਬਦ ਵਿੱਚ ਗੁਰੂ ਮੈਨੂੰ ਹੁਕਮ ਕੀ ਕਰ ਰਿਹਾ ਹੈ। ਉਸ ਸਿੱਖ ਨੇ ਫਿਰ ਸਵਾਲ ਕੀਤਾ, ਸਤਿਗੁਰੂ ਇਹ 5 ਸਰੋਤਿਆਂ ਦੇ ਵਿੱਚੋਂ ਜੇ 5ਵਾਂ ਗੁਣ ਨਾ ਹੋਵੇ ਸ਼ਬਦ ਦੀ ਵਿਚਾਰ ਦਾ, ਸਮਝਣ ਦਾ, ਤੇ 4 ਗੁਣ ਹੋਣ ਫਿਰ ਕੀ ਹੋ ਜਾਂਦਾ ਹੈ? ਸਤਿਗੁਰੂ ਕਹਿਣ ਲੱਗੇ 4 ਗੁਣ ਬੜੇ ਕੀਮਤੀ ਨੇ ਜੀ, ਸਾਰੀਆਂ ਗੱਲਾਂ ਸਿੱਖ ਨੂੰ ਆਉਣੀਆਂ ਚਾਹੀਦੀਆਂ ਨੇ,
ਪਰ ਜੇ ਪੰਜਵੀਂ ਗੱਲ ਸ਼ਬਦ ਦੇ ਅਰਥ ਨਹੀਂ ਉਹ ਸਮਝ ਰਿਹਾ ਤੇ ਪਹਿਲੇ 4 ਗੁਣ ਇਸ ਤਰ੍ਹਾਂ ਨੇ, ਮਨ ਨੂੰ ਜਿਵੇਂ ਕੋਈ ਛਿਲਕਾ ਤੇ ਖਾਈ ਜਾਏ ਤੇ ਫਲ ਵਿੱਚੋਂ ਕੱਢ ਕੱਢ ਕੇ ਸੁੱਟੀ ਜਾਏ। ਠੀਕ। पंचम शब्द अर्थ को चीना, तात परज समझे परबीना, और जे स्रोता 4 प्रकारी, छीलर खान बिखे हिततारी। समझ लो बाकी स्रोते छिलके खा रहे ने, असली फल विचों कढ़ के सुट रहे ने। कि असी कदी इस तरह कीर्तन सुने है कि रागी सिंह कीर्तनीय कीर्तन करते होण, असी शब्द वाल भी ध्यान दिता होवे, गुरु इस शब्द विच सानू की हुक्म कर रहा है, गुरु की कह रहे हैं। दूसरी गल आ गई कथा सुनन दी। ਹੁਣ ਅਸੀਂ ਕਥਾ ਸੁਣਦੇ ਹਾਂ, ਉਹਦੇ ਵਿੱਚ ਤਾਂ ਕੋਈ ਰਾਗ ਨਹੀਂ ਹੈ, ਕੋਈ ਤਾਲ ਨਹੀਂ, ਕੋਈ ਸੁਰ ਨਹੀਂ ਹੈ ਜੀ, ਉਹ ਨਿਰੋਲ ਸ਼ਬਦ ਦੀ ਹੀ ਵਿਆਖਿਆ ਹੋ ਰਹੀ ਹੈ। ਹੁਣ ਉਹ ਪੰਜਵਾਂ ਸਰੋਤਾ ਬਣ ਗਿਆ ਜਿਹੜਾ ਕਥਾ ਸੁਣ ਰਿਹਾ ਜੀ। ਕਿ ਪੰਜਵਾਂ ਸਰੋਤਾ ਹੀ ਨਿਰਾ ਬਣ ਜਾਣਾ ਕਾਫੀ ਹੈ ਵੀ ਅਸੀਂ ਸੁਣ ਲੀਆਂ ਗੱਲਾਂ ਤੇ ਠੀਕ ਹੈ? ਨਹੀਂ, ਸੁਣਨ ਦੀਆਂ ਵੀ ਅੱਗੋਂ 4 ਸ਼ਰਤਾਂ ਨੇ ਜਿਹੜੀਆਂ ਪੂਰੀਆਂ ਸਾਨੂੰ ਕਰਨੀਆਂ ਪੈਣਗੀਆਂ, ਫਿਰ ਹੀ ਅਸੀਂ ਸਰੋਤਾ ਹੋਵਾਂਗੇ ਜੀ। ਸੁਣਨ ਦੀ ਪਹਿਲੀ ਸ਼ਰਤ ਹੈ ਧਿਆਨ, ਕਿਉਂਕਿ ਕੰਨ ਨਹੀਂ ਸੁਣਦੇ ਹੁੰਦੇ। ਕੰਨ ਤੇ ਇੱਕ ਸਾਧਨ ਨੇ, ਮੀਡੀਆ ਨੇ, ਜਿਹੜੇ ਆਵਾਜ਼ ਨੂੰ ਸਾਡੇ ਬ੍ਰੇਨ ਤੱਕ ਲੈ ਕੇ ਜਾਂਦੇ ਨੇ ਤੇ ਅੱਗੇ ਸਾਡਾ ਧਿਆਨ ਸੁਣਦਾ ਹੁੰਦਾ ਹੈ। ਜੇ ਗੱਲਾਂ ਸੁਣਦਿਆਂ ਕੋਈ ਕਹਿ ਦੇਵੇ ਵੀ ਭਾਈ ਸਾਹਿਬ ਜੀ ਮੈਂ ਗੱਲ ਸੁਣੀ ਨਹੀਂ, ਦੁਬਾਰਾ ਕਹੋ, ਤੇ ਅਗਲਾ ਕਹਿ ਸਕਦਾ ਵੀ ਤੁਸੀਂ ਬੋਲੇ ਹੋ ਵੀ ਨਹੀਂ ਸੁਣੀ ਤੁਹਾਨੂੰ, ਤੁਹਾਡੇ ਕੰਨ ਸ਼ਾਇਦ ਕੰਮ ਨਹੀਂ ਕਰਦੇ। ਉਹ ਕਹੇਗਾ ਨਹੀਂ ਕੰਮ ਮੇਰੇ ਕਰਦੇ ਨੇ ਕੰਮ, ਪਰ ਮੇਰਾ ਧਿਆਨ ਨਹੀਂ ਸੀ, ਮੇਰਾ ਧਿਆਨ ਕਿਤੇ ਹੋਰ ਚਲਾ ਗਿਆ ਸੀ। ਡਰਾਈਵਿੰਗ ਕਰਦੇ ਐਕਸੀਡੈਂਟ ਹੋ ਜਾਂਦੇ ਨੇ ਤੇ ਕਈ ਵਾਰੀ ਉਹਨਾਂ ਡਰਾਈਵਰਾਂ ਨੂੰ ਪੁੱਛਿਆ ਜਾਂਦਾ ਹੈ ਕਿ ਸੌਂ ਗਏ ਸੀ? ਉਹ ਆਖਦੇ ਨੇ ਬਿਲਕੁਲ ਨਹੀਂ ਸੁੱਤੇ, ਸਾਡੀਆਂ ਅੱਖਾਂ ਖੁੱਲੀਆਂ ਸੀ, ਸੜਕ ਤੇ ਸਾਡੀ ਨਜ਼ਰ ਸੀ, ਪਰ ਸਾਡਾ ਧਿਆਨ ਕਿਤੇ ਹੋਰ ਚਲਾ ਗਿਆ ਸੀ, ਐਕਸੀਡੈਂਟ ਹੋ ਗਿਆ ਜੀ। ਅੱਖਾਂ ਤੇ ਮਾਧਿਅਮ ਨੇ, ਸੁਣਨਾ ਧਿਆਨ ਨਹੀਂ ਹੈ। ਇਸ ਕਰਕੇ ਸੁਣਨ ਦੀ ਪਹਿਲੀ ਸ਼ਰਤ ਹੈ ਧਿਆਨ। ਔਰ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਹੀ ਹੈ ਜੀ। ਜਦੋਂ ਵੇਈ ਤੋਂ ਬਾਹਰ ਆਏ ਤੇ ਉਹਨਾਂ ਇੱਕ ਨਾਅਰਾ ਦਿੱਤਾ ਸੀ, ਨਾ ਕੋ ਹਿੰਦੂ ਨਾ ਮੁਸਲਮਾਨ, ਵੀ ਸਾਰੇ ਹੀ ਰੱਬ ਦੇ ਬੱਚੇ ਨੇ, ਕੋਈ ਭੇਦਭਾਵ ਨਹੀਂ। ਤੇ ਕਾਜ਼ੀ ਮੁੱਲਾ ਨੇ ਸੁਣਿਆ, ਉਹ ਕਹਿਣ ਲੱਗੇ ਜੇ ਸਾਰੇ ਰੱਬ ਦੇ ਬੱਚੇ ਨੇ ਫਿਰ ਸਾਡੇ ਨਾਲ ਮਸੀਤੀ ਆ ਕੇ ਨਮਾਜ਼ ਪੜ੍ਹੋ ਜੀ। ਸਤਿਗੁਰੂ ਕਹਿਣ ਲੱਗੇ ਠੀਕ। ਕਾਜ਼ੀ ਨੂੰ ਵੀ ਕਿਹਾ, ਨਵਾਬ ਨੂੰ ਵੀ ਕਿਹਾ, ਜੇ ਤੁਸੀਂ ਨਮਾਜ਼ ਪੜ੍ਹੋਗੇ ਤੇ ਮੈਂ ਵੀ ਪੜ੍ਹ ਲਵਾਂਗਾ। ਗੁਰੂ ਨਾਨਕ ਪਾਤਸ਼ਾਹ ਮਸੀਤ ਵਿੱਚ ਗਏ, ਕਾਜ਼ੀ ਨੇ, ਨਵਾਬ ਨੇ, ਸਾਰਿਆਂ ਨੇ ਨਮਾਜ਼ ਅਦਾ ਕੀਤੀ, ਨਮਾਜ਼ ਪੜ੍ਹੀ। ਗੁਰੂ ਨਾਨਕ ਪਾਤਸ਼ਾਹ ਖੜੇ ਮੁਸਕਰਾਉਂਦੇ ਰਹੇ। ਨਮਾਜ਼ ਦੀ ਸਮਾਪਤੀ ਤੋਂ ਬਾਅਦ ਉਹ ਕਾਜ਼ੀ ਆਖਦਾ, ਸਤਿਗੁਰੂ ਤੁਸੀਂ ਤੇ ਨਮਾਜ਼ ਪੜ੍ਹੀ ਨਹੀਂ, ਤੁਸੀਂ ਕਿਹਾ ਸੀ ਨਮਾਜ਼ ਪੜਾਂਗਾ। ਸਤਿਗੁਰੂ ਕਹਿਣ ਲੱਗੇ ਹਾਂ ਕਾਜ਼ੀ, ਅਸੀਂ ਕਿਹਾ ਸੀ ਜੇ ਤੂੰ ਨਮਾਜ਼ ਪੜ੍ਹੇਗਾ ਅਸੀਂ ਵੀ ਪੜਾਂਗੇ, ਤੂੰ ਨਮਾਜ਼ ਪੜ੍ਹੀ ਨਹੀਂ ਫਿਰ ਅਸੀਂ ਵੀ ਨਹੀਂ ਪੜ੍ਹੀ ਜੀ। ਕਹਿਣ ਲੱਗਾ ਕਿਉਂ ਨਹੀਂ ਜੀ, ਮੈਂ ਤੇ ਪੜ੍ਹੀ ਹੈ। ਸਤਿਗੁਰੂ ਕਹਿਣ ਲੱਗੇ ਨਹੀਂ, ਤੇਰੀ ਜ਼ਬਾਨ ਨੇ ਪੜ੍ਹੀ ਹੋਣੀ ਹੈ, ਤੂੰ ਨਹੀਂ ਪੜ੍ਹੀ, ਕਿਉਂਕਿ ਤੂੰ ਤੇ ਘਰ ਗਿਆ ਹੋਇਆ ਸੀ ਕਿ ਨਵਾਂ ਜੰਮਿਆ ਵਿਛੇਰਾ ਜਿਹੜਾ ਹੈ ਉਹ ਖੂਹ 'ਚ ਨਾ ਡਿੱਗ ਜਾਏ, ਮੈਂ ਖੂਹ ਢੱਕ ਕੇ ਨਹੀਂ ਆਇਆ ਜੀ। ਇਸ ਕਰਕੇ ਤੇਰੀ ਜ਼ਬਾਨ ਨੇ ਅੱਖਰ ਬੋਲੇ ਹੋਣਗੇ, ਪਰ ਤੂੰ ਨਹੀਂ ਨਮਾਜ਼ ਪੜ੍ਹੀ ਕਿਉਂਕਿ ਤੇਰਾ ਧਿਆਨ ਨਹੀਂ ਸੀ ਜੀ। ਨਾਲ ਹੀ ਖੜਾ ਸੀ ਨਵਾਬ। ਨਵਾਬ ਆਖਦਾ ਵੀ ਸਤਿਗੁਰੂ ਜੇ ਕਾਜ਼ੀ ਨੇ ਨਹੀਂ ਨਮਾਜ਼ ਪੜ੍ਹੀ, ਮੈਂ ਪੜ੍ਹੀ ਸੀ, ਮੇਰੇ ਨਾਲ ਪੜ੍ਹ ਲੈਂਦੇ। ਸਤਿਗੁਰੂ ਹੱਸ ਪਏ, ਕਹਿਣ ਲੱਗੇ ਇਹ ਨਵਾਬ, ਕਾਜ਼ੀ ਤੇ ਘਰ ਤੱਕ ਗਿਆ ਸੀ, ਤੂੰ ਕਾਬਲ ਕੰਧਾਰ ਪਹੁੰਚਿਆ ਹੋਇਆ ਸੀ, ਤੂੰ ਤੇ ਉੱਥੇ ਘੋੜੇ ਖਰੀਦ ਰਿਹਾ ਸੀ, ਇਸ ਨਸਲ ਦਾ ਘੋੜਾ ਲਵਾਂਗਾ, ਆਹ ਨਹੀਂ ਲਵਾਂਗਾ, ਆਹ ਲਵਾਂਗਾ। ਸਰੀਰ ਤੇਰਾ ਇੱਥੇ ਸੀ ਪਰ ਤੂੰ ਇੱਥੇ ਨਹੀਂ ਸੀ, ਤੂੰ ਕਾਬਲ ਕੰਧਾਰ ਗਿਆ ਹੋਇਆ ਸੀ ਜੀ। ਇਸ ਕਰਕੇ ਸੁਣਨ ਦੀ ਪਹਿਲੀ ਸ਼ਰਤ ਹੈ ਸਾਡਾ ਧਿਆਨ ਹੋਵੇ, ਕਿਉਂਕਿ ਜੋ ਗੁਰਬਾਣੀ ਬੋਲੀ ਜਾ ਰਹੀ ਹੈ, ਜੋ ਕੀਰਤਨ ਕਥਾ ਵਿੱਚ ਚੱਲ ਰਿਹਾ ਹੈ, ਸਾਡਾ ਧਿਆਨ ਹੋਵੇ ਗੁਰੂ ਇਸ ਸ਼ਬਦ ਵਿੱਚ ਸਾਨੂੰ ਕੀ ਕਹਿ ਰਿਹਾ ਹੈ। ਬਲਕਿ ਅਸੀਂ ਤੇ ਉਹਨਾਂ ਕਾਜ਼ੀਆਂ ਨਵਾਬਾਂ ਤੋਂ ਵੀ ਅੱਗੇ ਨਿਕਲ ਗਏ, ਅਸੀਂ ਉਹਨਾਂ ਨੂੰ ਕੀ ਕਹਿਣਾ ਵਿਚਾਰਿਆਂ ਨੂੰ ਜੀ। ਉਹ ਸਰੀਰ ਕਰਕੇ ਹਾਜ਼ਰ ਸੀ, ਮਨ ਉਹਨਾਂ ਦੇ ਕਿਤੇ ਹੋਰ ਚਲੇ ਗਏ। ਪਰ ਅੱਜ ਸਾਡੀ ਇਹ ਹਾਲਤ ਹੈ, ਗੁਰਦੁਆਰਿਆਂ 'ਚ ਇਕੱਲੇ ਹੀ ਕੀਰਤਨੀਏ ਰਾਗੀ ਕਥਾਵਾਚਕ ਕਥਾ ਕਰ ਰਹੇ ਨੇ, ਕੀਰਤਨ ਕਰ ਰਹੇ ਨੇ, ਸਾਡਾ ਤੇ ਸਰੀਰ ਵੀ ਹਾਜ਼ਰ ਨਹੀਂ ਹੈ। ਉਹਨਾਂ ਦਾ ਇਕੱਲਾ ਮਨ ਹਾਜ਼ਰ ਨਹੀਂ ਸੀ, ਸਾਡਾ ਤੇ ਮਨ ਵੀ ਹਾਜ਼ਰ ਨਹੀਂ ਹੁੰਦਾ ਤੇ ਸਰੀਰ ਵੀ ਹਾਜ਼ਰ ਨਹੀਂ ਹੁੰਦਾ, ਤੇ ਸੁਣਨਾ ਸੀ ਕਿਵੇਂ ਹੈ। ਇਸ ਕਰਕੇ ਸੁਣਨ ਦੀ ਪਹਿਲੀ ਸ਼ਰਤ ਹੈ ਸਾਡਾ ਧਿਆਨ ਉਸ ਸ਼ਬਦ ਵਿੱਚ ਹੋਵੇ ਜਿਹੜਾ ਸ਼ਬਦ ਗਾਇਆ ਜਾ ਰਿਹਾ ਹੈ ਜਾਂ ਜਿਸ ਸ਼ਬਦ ਦੀ ਕਥਾ ਕੀਤੀ ਜਾ ਰਹੀ ਹੈ ਜੀ। ਕਈ ਵਾਰੀ ਅਸੀਂ ਜਵਾਨੀ ਦੇ ਵਿੱਚ ਤਨ ਕਰਕੇ ਨੇੜੇ ਹੁੰਨੇ ਹਾਂ, ਮਨ ਕਰਕੇ ਦੂਰ ਹੁੰਨੇ ਹਾਂ। ਬੁਢਾਪੇ ਵਿੱਚ ਅਸੀਂ ਮਨ ਕਰਕੇ ਨੇੜੇ ਹੋ ਜਾਂਦੇ ਹਾਂ, ਤਨ ਕਰਕੇ ਦੂਰ ਹੋ ਜਾਂਦੇ ਹਾਂ ਜੀ। ਕਿਵੇਂ? ਜਵਾਨੀ ਵਿੱਚ ਅਸੀਂ ਦੌੜ ਭੱਜ ਕਰਕੇ, ਗੱਡੀ ਚਲਾ ਕੇ ਜਾਂ ਤੁਰ ਕੇ ਅਸੀਂ ਗੁਰਦੁਆਰੇ ਤੱਕ ਆ ਜਾਂਦੇ ਹਾਂ, ਪਰ ਸਾਡਾ ਮਨ ਕੰਮਾਂ ਕਾਰਾਂ ਵਿੱਚ ਹੁੰਦਾ ਹੈ। ਸਰੀਰ ਕਰਕੇ ਅਸੀਂ ਹਾਜ਼ਰ ਹੋ ਜਾਂਦੇ ਹਾਂ, ਮਨ ਸਾਡਾ ਗੈਰ ਹਾਜ਼ਰ ਰਹਿ ਜਾਂਦਾ ਹੈ ਜੀ। ਬੁਢਾਪੇ ਵਿੱਚ ਇਸ ਤਰ੍ਹਾਂ ਹੁੰਦਾ ਹੈ, ਸਰੀਰ ਕਰਕੇ ਅਸੀਂ ਤੁਰ ਕੇ ਗੁਰਦੁਆਰੇ ਜਾ ਨਹੀਂ ਸਕਦੇ, ਜਾਂ ਸਾਨੂੰ ਛੱਡਣ ਵਾਲਾ ਕੋਈ ਨਹੀਂ ਹੁੰਦਾ, ਜਾਂ ਰਾਈਡ ਦਾ ਪ੍ਰਬੰਧ ਨਹੀਂ ਹੁੰਦਾ। ਸਰੀਰ ਕਰਕੇ ਕਈ ਵਾਰੀ ਰਹਿ ਜਾਂਦੇ ਹਾਂ,
ਮਨ ਸਾਡਾ ਗੁਰਦੁਆਰੇ ਹੀ ਹੁੰਦਾ ਹੈ। ਹੁਣ ਪਾਠ ਹੁੰਦਾ ਹੋਏਗਾ, ਹੁਣ ਕੀਰਤਨ ਹੁੰਦਾ ਹੋਏਗਾ, ਹੁਣ ਕਥਾ ਹੁੰਦੀ ਹੈਗੀ, ਮਨ ਕਰਕੇ ਹਾਜ਼ਰ ਹੋ ਜਾਂਦੇ ਆ, ਸਰੀਰ ਕਰਕੇ ਰਹਿ ਜਾਂਦੇ ਆ ਜੀ। ਸੰਪੂਰਨ ਹਾਜ਼ਰੀ ਤਾਂ ਲੱਗੇਗੀ ਜਦੋਂ ਗੁਰੂ ਦੀ ਹਜ਼ੂਰੀ ਸਾਧ ਸੰਗਤ ਕਰਦੇ ਆ, ਸਾਡਾ ਤਨ ਵੀ ਹਾਜ਼ਰ ਰਵੇ ਤੇ ਸਾਡਾ ਮਨ ਵੀ ਹਾਜ਼ਰ ਰਵੇ। ਜਦੋਂ ਸਾਡਾ ਤਨ ਤੇ ਹਾਜ਼ਰ ਹੋ ਗਿਆ, ਅਸੀਂ ਦਰਬਾਰ ਵਿੱਚ ਚਲੇ ਗਏ, ਮਨ ਉਦੋਂ ਹਾਜ਼ਰ ਹੋਏਗਾ ਜਦੋਂ ਸਾਰੀਆਂ ਵਿਚਾਰਾਂ ਨੂੰ, ਬ੍ਰਿਤੀਆਂ ਨੂੰ ਸੰਕੋਚ ਕੇ ਅਸੀਂ ਉਸ ਸ਼ਬਦ ਵੱਲ ਧਿਆਨ ਦੇਵਾਂਗੇ, ਗੁਰੂ ਇਸ ਸ਼ਬਦ ਵਿੱਚ ਸਾਨੂੰ ਕੀ ਕਹਿ ਰਿਹਾ ਹੈ। ਇਸ ਕਰਕੇ ਸੁਣਨ ਦੀ ਪਹਿਲੀ ਸ਼ਰਤ ਹੈ ਧਿਆਨ। ਜੀ, ਇਹਦੇ ਬਾਰੇ ਹੋਰ ਕਿਹੜੀਆਂ ਸ਼ਰਤਾਂ ਨੇ ਜਿਹੜੀਆਂ ਸੁਣਨ ਦੇ ਮੁਤਲਕ ਤੁਸੀਂ ਦੱਸ ਰਹੇ ਹੋ ਗੁਰਬਾਣੀ ਅਨੁਸਾਰ, ਇਸ ਦੇ ਬਾਰੇ ਗੱਲ ਕਰਨੀ ਇਸ ਬ੍ਰੇਕ ਤੋਂ ਬਾਅਦ। ਸੋ ਭਾਈ ਸਾਹਿਬ ਨੇ ਜੋ ਸਾਡੇ ਨਾਲ ਸਾਂਝ ਪਾਈ ਜੀ, ਉਸ ਦੇ ਮੁਤਲਕ ਤੁਸੀਂ ਸੁਣਿਆ ਹੀ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਸੁਣਨਾ ਹੈ ਅਸੀਂ, ਤੇ ਗੁਰਬਾਣੀ ਦਾ ਵਿੱਚ ਸਪਸ਼ਟ ਤੌਰ ਤੇ ਲਿਖਿਆ ਗਿਆ ਕਿ ਸਿਰਫ ਉਹ ਕੰਨਾਂ ਤੱਕ ਹੀ ਸੀਮਤ ਨਾ ਰਵੇ, ਉਸ ਵਿੱਚੋਂ ਕੀ ਮੀਨਿੰਗ ਹੈ ਉਸ ਨੂੰ ਜੇਕਰ ਅਸੀਂ ਨਹੀਂ ਸਮਝ ਰਹੇ ਤਾਂ ਇੱਕ ਤਰ੍ਹਾਂ ਦਾ ਵਿਅਰਥ ਅਸੀਂ ਕਾਜ ਕਰ ਰਹੇ ਹਾਂ। ਇਸ ਦੇ ਬਾਰੇ ਹੋਰ ਗੱਲਬਾਤ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ। ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨਾਲ ਸਾਂਝ ਪਾ ਰਹੇ ਹਾਂ ਕਿ ਸੁਣਨ ਦੀਆਂ ਕਿਹੜੀਆਂ ਅਵਸਥਾਵਾਂ ਹੁੰਦੀਆਂ ਨੇ ਤੇ ਕਿਸ ਤਰੀਕੇ ਨਾਲ ਕਿਹੜੀਆਂ ਸ਼ਰਤਾਂ ਜੇਕਰ ਅਸੀਂ ਪੂਰੀਆਂ ਕਰਦੇ ਹਾਂ ਤਾਂ ਉਸ ਨਾਲ ਸਾਨੂੰ ਸਹੀ ਗੁਰਬਾਣੀ ਦਾ ਸਮਝ ਆ ਸਕਦੀ ਹੈ ਤੇ ਇੱਕ ਤਰੀਕੇ ਨਾਲ ਅਸੀਂ ਸਮਝ ਸਕਦੇ ਹਾਂ। ਜੀ ਭਾਈ ਸਾਹਿਬ, ਸੋ ਬ੍ਰੇਕ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ, ਪਹਿਲੀ ਸ਼ਰਤ ਦੀ ਗੱਲ ਕੀਤੀ ਕਿ ਅਟੈਂਸ਼ਨ ਜਿਹੜੀ ਹੈ ਤੁਹਾਡੀ ਉਹ ਪੂਰੀ ਹੋਣੀ ਚਾਹੀਦੀ ਹੈ। ਹੋਰ ਕਿਹੜੀਆਂ ਸ਼ਰਤਾਂ ਨੇ ਜਿਹਦੇ ਨਾਲ ਕਿ ਤੁਸੀਂ ਚੰਗੇ ਸੁਣ ਸਕਦੇ ਹੋ, ਸਰਵਣ ਕਰ ਸਕਦੇ ਹੋ ਗੁਰਬਾਣੀ ਨੂੰ? ਬਿਲਕੁਲ ਜੀ ਹਰਪ੍ਰੀਤ ਸਿੰਘ ਜੀ, ਸੁਣਨਾ ਇੱਕ ਬੜੀ ਤਗੜੀ ਕਲਾ ਹੈ। ਜਿਹੜੇ ਸਟੂਡੈਂਟ ਆਪਣੇ ਟੀਚਰ ਨੂੰ ਧਿਆਨ ਨਾਲ ਸੁਣਦੇ ਨੇ ਜੀ, ਤੇ ਜਿਸ ਸਬਜੈਕਟ ਨੂੰ ਧਿਆਨ ਨਾਲ ਸੁਣਦੇ ਨੇ ਉਹਦੇ ਵਿੱਚੋਂ ਪਾਸ ਹੋ ਜਾਂਦੇ ਨੇ। ਠੀਕ। ਤੇ ਨਲਾਇਕ ਕਿਹਨੂੰ ਕਹਿੰਦੇ ਨੇ? ਜਿਹੜੇ ਟੀਚਰ ਨੂੰ ਨਹੀਂ ਸੁਣ ਰਹੇ ਜਾਂ ਜਿਸ ਸਬਜੈਕਟ ਨੂੰ ਨਹੀਂ ਸੁਣਿਆ ਉਹਦੇ ਵਿੱਚੋਂ ਫੇਲ ਹੋ ਗਏ ਜਾਂ ਪਿੱਛੇ ਰਹਿ ਗਏ। ਸੁਣਨ ਦੇ ਨਾਲ ਹੀ ਅਸੀਂ ਕੁਝ ਗੇਨ ਕਰ ਸਕਦੇ ਹਾਂ ਤੇ ਸੁਣਨ ਲੱਗਿਆਂ ਸਾਡਾ ਧਿਆਨ, ਸਾਡੀ ਅਟੈਂਸ਼ਨ ਜ਼ਰੂਰ ਹੋਣੀ ਚਾਹੀਦੀ ਹੈ ਜੀ। ਸੁਣਨ ਦੀ ਦੂਸਰੀ ਸ਼ਰਤ ਹੈ ਕਿ ਅਸੀਂ ਸੁਣਦਿਆਂ ਸਰੋਤਾ ਰਹੀਏ, ਜੱਜ ਨਾ ਬਣ ਜਾਈਏ। ਜਦੋਂ ਅਸੀਂ ਜੱਜ ਬਣ ਜਾਂਦੇ ਆ, ਆਹ ਭਾਈ ਗੱਲ ਠੀਕ ਕਹਿ ਰਿਹਾ, ਨਹੀਂ ਆਹ ਇੱਥੇ ਗਲਤ ਕਹਿ ਰਿਹਾ ਜੀ, ਆਹ ਇੱਥੇ ਗੱਲ ਠੀਕ ਕਹਿ ਦਿੱਤੀ, ਆਹ ਇਹਨੇ ਇੱਥੇ ਗਲਤ ਕਹਿ ਦਿੱਤੀ, ਅਸੀਂ ਨਾਲ ਉਹਨੂੰ ਵਿਚਾਰਨਾ ਸ਼ੁਰੂ ਕਰ ਦਿੱਤਾ, ਤੋਲਣਾ ਸ਼ੁਰੂ ਕਰ ਦਿੱਤਾ, ਜਜਮੈਂਟ ਦੇਣ ਲੱਗ ਗਏ। ਭਾਵ ਅਸੀਂ ਉਹਦੀ ਗੱਲ ਸੁਣਨ ਦੀ ਬਜਾਏ ਆਪਣੇ ਮਨ ਰਾਹੀਂ ਫੈਸਲੇ ਦੇਣ ਲੱਗ ਗਏ, ਇਹ ਚੀਜ਼ ਠੀਕ ਹੈ, ਇਹ ਚੀਜ਼ ਨਹੀਂ ਠੀਕ। ਸੁਣਨ ਲੱਗਿਆਂ ਜੱਜ ਨਹੀਂ, ਸਰੋਤਾ ਹੀ ਰਹੀਏ। ਸੁਣਨ ਲੱਗਿਆਂ ਤੀਜੀ ਸ਼ਰਤ ਹੈ ਅਸੀਂ ਟੀਚਰ ਨਾ ਹੋ ਜਾਈਏ। ਟੀਚਰ ਦਾ ਮਤਲਬ ਕਿ ਇਹ ਨਾ ਹੋਵੇ ਅਸੀਂ ਸੁਣ ਵੀ ਰਹੀਏ ਤੇ ਨਾਲ ਇਹ ਵੀ ਕਹੀਏ, ਭਾਈ ਸਾਹਿਬ ਜੇ ਇੱਥੇ ਆਹ ਗੱਲ ਕਹਿ ਦਿੰਦੇ ਨਾ ਜ਼ਿਆਦਾ ਵਧੀਆ ਸੀ, ਨਹੀਂ ਆਹ ਗੱਲ ਨਹੀਂ ਸੀ ਕਹਿਣੀ ਚਾਹੀਦੀ। ਭਾਈ ਸਾਹਿਬ ਉੱਠਣਗੇ, ਮੈਂ ਇਹਨਾਂ ਨੂੰ ਦੱਸਾਂਗਾ ਇੱਦਾਂ ਨਹੀਂ, ਇੱਦਾਂ ਕਿਹਾ ਕਰੋ ਜੀ। ਇਹਦਾ ਮਤਲਬ ਅਸੀਂ ਸਰੋਤੇ ਨਹੀਂ ਰਹੇ, ਅਸੀਂ ਆਪਣਾ ਵਿੱਚ ਦਖਲ ਦੇ ਦਿੱਤਾ, ਸਾਡੇ ਮਨ ਦੇ ਵਿੱਚ ਦਖਲ ਦੇ ਦਿੱਤਾ ਤੇ ਉਹ ਟੀਚਰ ਬਣ ਗਿਆ। ਹੁਣ ਸਲਾਹਾਂ ਦੇਣ ਲੱਗ ਗਿਆ, ਇੱਥੇ ਇਹ ਨਹੀਂ, ਇਹ ਕਹਿਣਾ ਚਾਹੀਦਾ ਸੀ ਜੀ। ਚੌਥੀ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ, ਅਸੀਂ ਕਿਉਂ ਸੁਣਦੇ ਹਾਂ? ਅਸੀਂ ਇਸ ਕਰਕੇ ਸੁਣਦੇ ਹਾਂ ਸਾਡੀ ਜ਼ਿੰਦਗੀ 'ਚ ਤਬਦੀਲੀ ਆਵੇ ਜੀ। ਸਾਡੇ ਪੁਰਾਣੇ ਵਿਚਾਰ ਜਿਹੜੇ ਨੇ, ਜਿਹੜੇ ਜਿਨ੍ਹਾਂ ਦੀ ਕੋਈ ਵੈਲਿਊ ਨਹੀਂ ਹੈ, ਉਹ ਵਿਚਾਰ ਖਤਮ ਹੋ ਜਾਣ। ਜਿਹੜੇ ਵੈਲਿਊਬਲ ਸਾਡੇ ਵਿਚਾਰ ਨੇ, ਵਿਊਜ਼ ਨੇ, ਉਹ ਸਾਡੀ ਜ਼ਿੰਦਗੀ ਵਿੱਚ ਆ ਜਾਣ। ਮਾੜੇ ਵਿਚਾਰ ਜਿਹੜੇ ਸਾਡੀ ਜ਼ਿੰਦਗੀ 'ਚ ਦੁੱਖ ਪੈਦਾ ਕਰਦੇ ਨੇ ਉਹ ਚਲੇ ਜਾਣ, ਚੰਗੇ ਵਿਚਾਰ ਜਿਹੜੇ ਸੁੱਖ ਪੈਦਾ ਕਰਦੇ ਨੇ ਉਹ ਆ ਜਾਣ। ਅਸੀਂ ਆਪਣੇ ਜੀਵਨ ਵਿੱਚ ਕ੍ਰਾਂਤੀ ਲਿਆਉਣ ਵਾਸਤੇ ਸੁਣਦੇ ਹਾਂ ਜੀ, ਪਰ ਨਹੀਂ। ਚੌਥਾ ਜਿਹੜਾ ਕਾਰਨ ਹੈ ਜਾਂ ਚੌਥੀ ਸ਼ਰਤ ਜਿਹੜੀ ਹੈ ਉਹ ਇਹ ਹੈ ਕਿ ਜੋ ਅਸੀਂ ਸੁਣ ਰਹੇ ਹਾਂ ਉਹਦੇ ਪ੍ਰਤੀ ਸਮਰਪਿਤ ਹੋਈਏ ਜੀ। ਇਹਦੇ ਲਈ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਕੋਈ ਆਦਮੀ ਜਦੋਂ ਬਿਮਾਰ ਹੋ ਜਾਂਦਾ ਹੈ, ਲੋਕ ਉਹਦਾ ਹਾਲ ਪੁੱਛਣ ਜਾਂਦੇ ਨੇ, ਸਾਡੀ ਇੱਕ ਸੱਭਿਅਤਾ ਹੈ ਔਰ ਇਹ ਚੰਗੀ ਵੀ ਗੱਲ ਹੈ, ਕਿਸੇ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਉਹਦਾ ਦੁੱਖ ਵੰਡਾਉਣਾ ਚਾਹੀਦਾ ਹੈ ਜੀ। ਪਰ ਨਾਲ ਹੀ ਸਾਡੇ 'ਚ ਇੱਕ ਹੋਰ ਵੀ ਖੂਬੀ ਹੈ, ਮੈਂ ਇਹਨੂੰ ਖੂਬੀ ਕਵਾਂ ਜਾਂ ਕੀ ਕਵਾਂ, ਕਿ ਜਦੋਂ ਅਸੀਂ ਕਿਸੇ ਬਿਮਾਰ ਦਾ ਹਾਲ ਪੁੱਛਣ ਜਾਂਦੇ ਹਾਂ, ਉਹਨੂੰ ਇਲਾਜ ਜ਼ਰੂਰ ਦੱਸ ਕੇ ਆਉਂਦੇ ਹਾਂ ਜੀ। ਭਾਵੇਂ ਸਾਡੇ ਇਲਾਜ ਨਾਲ ਅਗਲੇ ਦੀ ਮੌਤ ਹੀ ਹੋ ਜਾਏ, ਪਰ ਅਸੀਂ ਜ਼ਰੂਰ ਇਲਾਜ ਦੱਸਣਾ ਹੈ ਜੀ। ਇੱਕ ਆਦਮੀ ਦੇ ਪੇਟ ਦਰਦ ਹੋ ਰਿਹਾ ਸੀ, ਬਹੁਤ ਸਾਰੇ ਲੋਕ ਉਹਦਾ ਹਾਲ ਪੁੱਛਣ ਆਏ ਤੇ ਨਾਲ ਇਲਾਜ ਵੀ ਦੱਸਦੇ ਰਹੇ ਜੀ। ਕਿਸੇ ਨੇ ਕਿਹਾ ਵੀ ਨਮਕ ਵਾਲੇ ਪਾਣੀ ਦੇ ਗਰਾਰੇ ਕਰਨੇ ਸੀ, ਕਿਸੇ ਨੇ ਕਿਹਾ ਸੀ ਕੋਸੇ ਪਾਣੀ ਦੇ ਨਾਲ ਜਮੈਣ ਖਾ ਕੇ ਦੇਖਣੀ ਸੀ, ਕਿਸੇ ਨੇ ਕਿਹਾ ਕਿ ਬਰਾਲਗਮ ਦੀ ਗੋਲੀ ਖਾ ਕੇ ਦੇਖਣੀ ਸੀ, ਕਿਸੇ ਨੇ ਕਿਹਾ ਵੀ ਇੰਜੈਕਸ਼ਨ ਲਵਾ ਕੇ ਦੇਖਣਾ ਸੀ, ਕਿਸੇ ਨੇ ਕਿਹਾ ਵੀ ਆਹ ਫਲਾਣੀ ਚੀਜ਼ ਖਾ ਕੇ ਦੇਖਣੀ ਸੀ ਜੀ। ਹੁਣ ਇੱਕ ਆਦਮੀ ਪਿੱਛੇ ਖੜਾ ਸੀ, ਉਹ ਪਿੱਛੋਂ ਆਖਦਾ ਵੀ ਇਹਨੂੰ ਪਾਈਆ ਕੋਈ ਸ਼ਰਾਬ ਦੇਣੀ ਸੀ। ਹੁਣ ਜਿਹਦੇ ਪੇਟ ਦਰਦ ਸੀ ਉਹ ਇੱਕੋ ਦਮ ਬੋਲ ਉੱਠਿਆ, ਕਹਿਣ ਲੱਗਾ ਸਾਰੇ ਆਪੋ ਆਪਣੀਆਂ ਮਾਰੀ ਜਾਂਦੇ ਹੋ, ਕਿਸੇ ਪਿਛਲੇ ਸਿਆਣੇ ਦੀ ਵੀ ਸੁਣ ਲਓ ਕੀ ਕਹਿ ਰਿਹਾ। ਮਤਲਬ ਮਨੁੱਖ ਉਹ ਸੁਣਨਾ ਚਾਹੁੰਦਾ ਜੋ ਉਹਨੂੰ ਚੰਗਾ ਲੱਗੇ ਜੀ, ਜੋ ਉਹਦੇ ਮਤਲਬ ਦਾ ਹੋਵੇ। ਦੂਜੀ ਗੱਲ ਉਹ ਨਹੀਂ ਸੁਣਨੀ ਚਾਹੁੰਦਾ। ਸੁਣਨ ਲੱਗਿਆ ਵੀ ਅਸੀਂ ਆਪਣੇ ਮਨ ਵਿੱਚ ਇੱਕ ਸਾਂਚਾ ਬਣਾ ਲਿਆ ਜੀ। ਜਿਹੜੀ ਚੀਜ਼ ਫਿੱਟ ਹੋ ਗਈ
ਉਹ ਅਸੀਂ ਪ੍ਰਵਾਨ ਕਰ ਲਈ, ਜਿਹੜੀ ਫਿੱਟ ਨਹੀਂ ਉਹ ਅਸੀਂ ਛੱਡ ਦਿੱਤੀ। ਠੀਕ। ਭਾਵ ਅਸੀਂ ਆਪਣੀ ਮਰਜ਼ੀ ਦਾ ਸੁਣਦੇ ਆ, ਹੂੰ ਅਸੀਂ ਗੁਰੂ ਦੀ ਨਹੀਂ ਸੁਣਦੇ। ਜਿਹੜੀ ਚੀਜ਼ ਚੰਗੀ ਲੱਗਦੀ ਹੈ ਉਹ ਸੁਣਦੇ ਆ। ਜੀ। ਗੁਰੂ ਆਖਦਾ ਗੁਰਦੁਆਰੇ ਆ, ਅਸੀਂ ਕਿਹਾ ਸਤ ਵਚਨ ਸੌਖਾ ਕੰਮ ਹੈ। ਗੁਰੂ ਨੇ ਕਿਹਾ ਮੱਥਾ ਟੇਕ, ਅਸੀਂ ਸੁਣ ਲਿਆ, ਮੱਥਾ ਟੇਕਿਆ। ਗੁਰੂ ਨੇ ਕਿਹਾ ਕਥਾ ਕੀਰਤਨ ਸੁਣ, ਸੇਵਾ ਕਰ, ਅਸੀਂ ਕਰ ਲਈ। ਗੁਰੂ ਆਖਦਾ ਅੰਮ੍ਰਿਤ ਛਕ, ਇਹ ਔਖਾ ਹੈ, ਇਹ ਸਾਡੇ ਸੰਚ 'ਚ ਫਿੱਟ ਨਹੀਂ ਪੈਂਦਾ। ਗੁਰੂ ਆਖਦਾ ਗਲ 'ਚ ਕਿਰਪਾਨ ਪਾਓ, ਗੁਰੂ ਆਖਦੇ ਸਿਰ ਤੇ ਕੇਸ ਰੱਖੋ, ਗੁਰੂ ਆਖਦੇ ਦਸਤਾਰ ਸਜਾਓ। ਹੁਣ ਗੁਰੂ ਆਖਦੇ ਸ਼ਰਾਬ ਨਹੀਂ ਪੀਣੀ, ਹੁਣ ਇਹ ਗੱਲ ਫਿੱਟ ਨਹੀਂ ਹੁੰਦੀ ਸਾਡੇ ਮਨ 'ਚ। ਗੁਰੂ ਆਖਦਾ ਜੂਆ ਨਹੀਂ ਖੇਡਣਾ, ਅਸੀਂ ਜੂਆ ਵੀ ਖੇਡਣਾ ਹੁੰਦਾ ਹੈ। ਗੁਰੂ ਆਖਦਾ ਕ੍ਰੋਧ ਨਹੀਂ ਕਰਨਾ, ਝੂਠ ਨਹੀਂ ਬੋਲਣਾ, ਬੇਈਮਾਨੀ ਨਹੀਂ ਕਰਨੀ, ਗਰੀਬ ਦਾ ਹੱਕ ਨਹੀਂ ਮਾਰਨਾ, ਰਿਸ਼ਵਤਖੋਰੀ ਨਹੀਂ ਕਰਨੀ। ਹੁਣ ਇਸੇ ਗੱਲਾਂ ਛੱਡ ਦਿੰਦੇ ਆ ਜੀ। ਅਸੀਂ ਉਹ ਸੁਣਦੇ ਆ ਚੀਜ਼ ਜਿਹੜੀ ਸਾਨੂੰ ਚੰਗੀ ਲੱਗੇ, ਜੀ। ਜਿਹੜੀ ਨਹੀਂ ਸਾਡੇ ਸੰਚ 'ਚ ਫਿੱਟ ਆਈ ਉਹ ਅਸੀਂ ਰੱਦ ਕਰ ਦਿੰਦੇ ਆ। ਠੀਕ। ਤੇ ਕੀ ਹੁੰਦਾ ਹੈ, ਸਾਡੀ ਜ਼ਿੰਦਗੀ 'ਚ ਤਬਦੀਲੀ ਨਹੀਂ ਆਉਂਦੀ। ਸੁਣਦੇ ਅਸੀਂ ਬਹੁਤ ਕਥਾ ਕੀਰਤਨ, ਤਬਦੀਲੀ ਉਸ ਦਿਨ ਆਏਗੀ ਜਦੋਂ ਅਸੀਂ ਆਪਣੇ ਸੰਚੇ ਛੱਡ ਦਿਆਂਗੇ। ਅਸੀਂ ਕਵਾਂਗੇ ਅਸੀਂ ਆਪਣੀ ਮਨ ਦੀ ਵਿਚਾਰ ਛੱਡੀ, ਮਨ ਦੀ ਮਤ ਛੱਡ ਕੇ ਹੁਣ ਜੋ ਗੁਰੂ ਮਤ ਦੇਵੇਗਾ ਨਾ ਅਸੀਂ ਉਹ ਕਰਾਂਗੇ। ਜੀ। ਤੇ ਜਦੋਂ ਆਹ ਜ਼ਿੰਦਗੀ 'ਚ ਤਬਦੀਲੀ ਆ ਜਾਏਗੀ ਨਾ, ਅਸੀਂ ਮਨ ਦੀ ਮਤ ਛੱਡ ਕੇ ਗੁਰੂ ਦੀ ਹਰ ਕਹੀ ਹੋਈ ਗੱਲ ਨੂੰ ਮੰਨਣ ਲੱਗ ਜਾਵਾਂਗੇ, ਤੇ ਕਿਉਂ ਨਹੀਂ ਤਬਦੀਲੀ ਆਏਗੀ? ਜੀ। ਇਹੋ ਜਿਹੀ ਤਬਦੀਲੀ ਆਏਗੀ ਕਿ ਸਾਨੂੰ ਅਸਲੀਅਤ, ਸਾਨੂੰ ਗਿਆਨ ਪਤਾ ਲੱਗ ਜਾਏਗਾ। ਗੁਰੂ ਦੀ ਬਾਣੀ ਸੁਣਿਆ ਕਿ ਕਿੱਥੇ ਕੀ ਹੋ ਰਿਹਾ, ਕਿਵੇਂ ਹੋ ਰਿਹਾ। ਸੁਣਿਆ ਸਿੱਧ ਪੀਰ ਸੁਰਨਾਥ, ਜੀ, ਸਾਨੂੰ ਪਤਾ ਲੱਗ ਜਾਏਗਾ। ਸੁਣਨ ਦੇ ਨਾਲ ਤਬਦੀਲੀ ਆ ਜਾਏਗੀ। ਹੁਣ ਇਹਦਾ ਅਰਥ ਇਹ ਨਹੀਂ ਹੈ ਕਿ ਸੁਣਨ ਦੇ ਨਾਲ ਸਾਨੂੰ ਸਿੱਧਾਂ ਵਾਲੀ, ਪੀਰਾਂ ਵਾਲੀ, ਨਾਥਾਂ ਵਾਲੀ ਅਵਸਥਾ ਮਿਲ ਜਾਏਗੀ। ਜੀ ਨਹੀਂ। ਗੁਰੂ ਸਾਹਿਬ ਤੇ ਕਹਿ ਰਹੇ ਨੇ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖੇ ਪਾਓ, ਮਤ ਦੇਖ ਭੂਲਾ ਵਿਸਰੇ। ਗੁਰੂ ਸਾਹਿਬ ਤੇ ਆਖਦੇ ਨੇ ਰਿੱਧ ਸਿੱਧ ਅਵਰਾ ਸਾਧ, ਇਹ ਫੋਕੇ ਸਵਾਦ ਨੇ। ਰਿੱਧ ਸਿੱਧ ਸਭ ਮੋਹ ਹੈ। ਗੁਰੂ ਸਾਨੂੰ ਸਿੱਧ ਬਣਾਉਣਾ ਚਾਹੁੰਦੇ ਨੇ। ਜਾਂ ਅਸੀਂ ਕਹਿ ਦਿੱਤਾ ਸੁਣਿਆ ਸਿੱਧ ਪੀਰ, ਕਿ ਸੁਣਨ ਨਾਲ ਪੀਰਾਂ ਦੀ ਅਵਸਥਾ ਮਿਲ ਜਾਂਦੀ ਹੈ। ਜੀ। ਹੁਣ ਗੁਰਬਾਣੀ ਤੇ ਪੀਰਾਂ ਬਾਰੇ ਇਹ ਗੱਲ ਕਹਿ ਰਹੀ ਹੈ ਕਿ ਪੂਜ ਲਗੈ ਪੀਰ ਆਖੀਐ, ਸਭ ਮਿਲੈ ਸੰਸਾਰ, ਨਾਉ ਸਦਾਏ ਆਪਣਾ, ਹੋਵੇ ਸਿੱਧ ਸ਼ੁਮਾਰ, ਜਾਂ ਪਤ ਲਿਖੈ ਨਾ ਪਵੇ ਤਾਂ ਸਭਾ ਪੂਜ ਖੁਆਰ। ਇਹੋ ਜਿਹੇ ਪੀਰ ਨੂੰ ਥਾਂ ਹੀ ਨਹੀਂ ਹੈ। ਜੀ। ਸੁਰ ਕਹਿੰਦੇ ਨੇ ਦੇਵਤੇ ਨੂੰ। ਜੇ ਬਾਣੀ ਸੁਣਨ ਨਾਲ ਦੇਵਤੇ ਬਣ ਜਾਈਦਾ, ਮਨੁੱਖ ਤੋਂ ਦੇਵਤੇ, ਤੇ ਗੁਰਬਾਣੀ ਤਾਂ ਆਖਦੀ ਇਸ ਦੇਹੀ ਕੋ ਸਿਮਰੈ ਦੇਵ। ਦੇਵਤੇ ਤੇ ਆਪ ਚਾਹੁੰਦੇ ਨੇ ਅਸੀਂ ਮਨੁੱਖ ਬਣੀਏ। ਤੇ ਗੁਰਬਾਣੀ ਕਹਿੰਦੀ ਹੈ ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਰਮ ਬੇਅੰਤ। ਨਾਥ, ਹੁਣ ਨਾਥ ਬਣਾਣਾ ਹੈ ਤੇ ਗੁਰੂ ਸਾਹਿਬ ਕਹਿੰਦੇ ਨਾਥ ਤੇ ਇੱਕੋ ਹੀ ਹੈ ਦੁਨੀਆ ਤੇ, ਆਪ ਨਾਥ, ਨਾਥੀ ਸਭ ਜਾਗੀ। ਇਹਦਾ ਅਰਥ ਸੀ ਜਦੋਂ ਅਸੀਂ ਬਾਣੀ ਨੂੰ ਸੱਚਮੁੱਚ ਧਿਆਨ ਨਾਲ ਸੁਣਾਂਗੇ ਨਾ, ਸਾਨੂੰ ਇਹਨਾਂ ਸਿੱਧਾਂ ਪੀਰਾਂ ਦੀ ਅਸਲੀਅਤ ਪਤਾ ਲੱਗ ਜਾਏਗੀ। ਇਹ ਕਿੰਨੇ ਕੁ ਪਾਣੀ 'ਚ ਖੜੇ ਨੇ, ਇਹਨਾਂ ਦਾ ਜੀਵਨ ਕਿਸ ਲੈਵਲ ਤੇ ਹੈ, ਅਸੀਂ ਇਹਨਾਂ ਬਾਰੇ ਸਮਝ ਜਾਵਾਂਗੇ। ਜੀ। ਸੁਣਿਆ ਧਰਤ ਧਵਲ ਆਕਾਸ਼, ਸਾਨੂੰ ਸਮਝ ਲੱਗ ਜਾਏਗੀ, ਕਿਉਂਕਿ ਕਿਸੇ ਨੇ ਕਿਹਾ ਵੀ ਧਰਤੀ ਥੱਲੇ ਧਵਲ ਹੈ, ਬੈਲ ਨੇ ਧਰਤੀ ਨੂੰ ਚੁੱਕਿਆ, ਸਾਨੂੰ ਅਸਲੀਅਤ ਸਮਝ ਆਏਗੀ। ਦੇਖੋ ਸਾਇੰਸ ਜਿਵੇਂ ਜਿਵੇਂ ਵਿਕਸਿਤ ਹੋਈ, ਇਹ ਦਲੀਲਾਂ ਖੋਖਲੀਆਂ ਹੋਈਆਂ, ਸਾਬਤ ਹੋਈਆਂ ਕਿ ਧਰਤੀ ਨੂੰ ਬੈਲ ਨੇ ਚੁੱਕਿਆ, ਕੱਛੂ ਨੇ ਜਾਂ ਸੱਪ ਨੇ ਚੁੱਕਿਆ। ਤੇ ਜਿਵੇਂ ਜਿਵੇਂ ਇਹ ਗੱਲਾਂ ਖੋਖਲੀਆਂ ਸਿੱਧ ਹੋਈਆਂ, ਗੁਰਬਾਣੀ ਦੀ ਵਿਚਾਰਧਾਰਾ ਹੋਰ ਨਿਖਰ ਕੇ ਪੇਸ਼ ਹੋਈ। ਜੀ। ਕਿਉਂਕਿ ਉਹ ਕਹਿ ਰਿਹਾ ਹੈ ਧਰਤੀ ਨੂੰ ਬੈਲ ਨੇ ਚੁੱਕਿਆ। ਗੁਰੂ ਸਾਹਿਬ ਕਹਿਣ ਲੱਗੇ ਫਿਰ ਬੈਲ ਕਿੱਥੇ ਖੜਾ ਹੈ? ਕਹਿਣ ਲੱਗੇ ਉਹ ਦੂਜੀ ਧਰਤੀ ਤੇ ਖੜਾ ਹੈ। ਸਤਿਗੁਰੂ ਕਹਿਣ ਲੱਗੇ ਉਹ ਧਰਤੀ, ਕਹਿਣ ਲੱਗੇ ਉਹਦੇ ਥੱਲੇ ਹੋਰ ਬੈਲ। ਸਤਿਗੁਰੂ ਕਹਿਣ ਲੱਗੇ ਗੱਲ ਹੀ ਮੁਕਾ, ਦੱਸ ਅਖੀਰ ਤੇ ਕੌਣ ਹੈ? ਧਰਤੀ ਹੋਰ, ਪਰੇ ਹੋਰ, ਤਿਸ ਤੇ ਭਾਰ, ਤਲੇ ਕਮਣ ਜੋਰ। ਔਰ ਇਹ ਗੱਲ ਕਬੀਰ ਜੀ ਨਾਲ ਵੀ ਹੋਈ। ਕਬੀਰ ਜੀ ਕਹਿਣ ਲੱਗੇ ਚਲੋ ਮੰਨਿਆ ਵੀ ਧਰਤੀ ਨੂੰ ਬੈਲ ਨੇ ਚੁੱਕਿਆ, ਆ ਤਾਰਿਆਂ ਨੂੰ ਕਿਹਨੇ ਚੁੱਕਿਆ ਹੋਇਆ? ਬ੍ਰਾਹਮਣ ਬੜਾ ਚਲਾਕ ਸੀ, ਉਹ ਕਹਿਣ ਲੱਗਾ ਵੀ ਤਾਰੇ ਜਿਹੜੇ ਅਸਮਾਨ ਦੇ ਨਾਲ ਚਿਪਕੇ ਹੋਏ ਨੇ। ਭਗਤ ਕਬੀਰ ਕਹਿਣ ਲੱਗੇ ਚਲੋ ਮੰਨਿਆ ਤਾਰੇ ਅਸਮਾਨ ਨਾਲ ਚਿਪਕੇ ਨੇ, ਅਸਮਾਨ ਕਿਹਦੇ ਸਾਰੇ ਖੜਾ ਹੈ? ਓਏ ਜੇ ਦਿਸੇ ਅੰਬਰ ਤਾਰੇ, ਕਿਨੂੰ ਇਹ ਚੀਤੇ ਚਿਤਨ ਹਾਰੇ, ਕੋਹਰੇ ਪੰਡਤ ਅੰਬਰ ਕਾਸਿਓਂ ਲੱਗਾ। ਇਹ ਦੱਸ ਵੀ ਅੰਬਰ ਕਿਹਦੇ ਨਾਲ ਲੱਗਿਆ ਹੋਇਆ? ਗੱਲ ਕੀ ਬਾਣੀ ਨੂੰ ਚੰਗੀ ਤਰ੍ਹਾਂ ਸੁਣਾਂਗੇ, ਸਾਨੂੰ ਅਸਲੀਅਤ ਸਮਝ ਆ ਜਾਏਗੀ ਕਿ ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭੁਵਨ ਸਾਜਿਆ, ਘਟ ਘਟ ਜੋਤ ਸਮੋਏ। ਸਾਨੂੰ ਪਤਾ ਲੱਗ ਜਾਏਗਾ ਕਿ ਹੁਕਮ ਦੇ ਵਿੱਚ ਹੀ ਸਾਰਾ ਕੁਝ ਬਣ ਰਿਹਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਆ ਜਾਈ, ਉਹਦੇ ਆਸਰੇ ਸਾਰਾ ਕੁਝ ਹੈ। ਅਸੀਂ ਸਮਝ ਜਾਵਾਂਗੇ। ਸੁਣਿਆ ਧਰਤ ਧਵਲ ਆਕਾਸ਼, ਇਹ ਧਰਤੀ ਕਿਹੜੇ ਧਵਲ ਦੇ ਥੱਲੇ ਹੈ? ਉਹ ਹੈ ਸੰਤੋਖ। ਜੀ। ਧੌਲ ਧਰਮ ਦਇਆ ਕਾ ਪੂਤ, ਉਹ ਧਰਮ ਰੂਪੀ ਦਇਆ ਰੂਪੀ ਬਲਦ ਹੈ ਜਿਹਨੇ ਇਸ ਧਰਤੀ ਨੂੰ ਟਿਕਾਇਆ ਹੋਇਆ ਹੈ। ਸੁਣਿਆ ਦੀਪ ਲੋਹ ਪਾਤਾਲ, ਸੁਣਿਆ ਪੋ ਨਾ ਸਕਿਆ ਕਾਲ, ਇਹਨਾਂ ਦੀ ਅਸਲੀਅਤ ਪਤਾ ਲੱਗ ਜਾਏਗੀ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ। ਕੀ ਬਾਣੀ ਸੁਣਨ ਨਾਲ ਈਸ਼ਰ ਬ੍ਰਹਮਾ ਤੇ ਇੰਦਰ ਦੀ ਪਦਵੀ ਮਿਲ ਜਾਂਦੀ ਹੈ? ਤੇ ਜੇ ਪਦਵੀ ਮਿਲਦੀ ਤੇ ਪਦਵੀ ਤੇ ਕੋਈ ਚੰਗੀ ਨਹੀਂ ਨਾ। ਕਿਉਂਕਿ ਇੰਦਰ ਬਾਰੇ ਤੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਗੋਤਮ ਤਪਾ ਅਹਲਿਆ ਇਸਤਰੀ, ਤਿਸ ਦੇਖ ਇੰਦਰ ਲੋਭਾਇਆ, ਸਹਿ ਸ੍ਰੀ ਚੈਨ ਪਾ ਗੋਇ ਤਾਂ ਮਨ ਪਛੋਤਾਇਆ।
ਤੇ ਗੁਰੂ ਸਾਹਿਬ ਉਹ ਜਿਹਾ ਤੇ ਸਾਨੂੰ ਨਹੀਂ ਬਣਾਉਣਾ ਚਾਹੁੰਦੇ ਕਰੈਕਟਰਲੈਸ, ਜਾਂ ਬ੍ਰਹਮਾ ਜਿਹੜਾ ਆਪਣੀ ਧੀ ਉੱਪਰ ਮੋਹਿਤ ਹੋ ਜਾਂਦਾ ਹੈ ਉਹਨਾਂ ਦੇ ਗ੍ਰੰਥਾਂ ਮੁਤਾਬਕ, ਸਾਡੇ ਮੁਤਾਬਕ ਨਹੀਂ। ਗੁਰੂ ਸਾਹਿਬ ਇਹੋ ਜਿਹਾ ਨਹੀਂ ਬਣਾਉਣਾ ਚਾਹੁੰਦੇ। ਗੁਰੂ ਸਾਹਿਬ ਕਹਿੰਦੇ ਨੇ ਜਦੋਂ ਬਾਣੀ ਪੜ੍ਹੇਗਾ ਤੈਨੂੰ ਇਹਨਾਂ ਲੋਕਾਂ ਦੀ ਅਸਲੀਅਤ ਪਤਾ ਲੱਗ ਜਾਏਗੀ, ਇਹ ਕਿੰਨੇ ਕੁ ਪਾਣੀ ਵਿੱਚ ਖੜੇ ਨੇ, ਇਹਨਾਂ ਨੇ ਵੀ ਰੱਬ ਦਾ ਅੰਤ ਨਹੀਂ ਪਾਇਆ, ਅਵਤਾਰ ਨਾ ਜਾਣੇ ਅੰਤ। ਸਮਝ ਲੱਗ ਜਾਏਗੀ ਕਿ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈਗੁਣ ਰੋਗੀ, ਵਿੱਚ ਹੋਮੈ ਕਾਰ ਕਮਾਈ, ਜਿਨ ਕੀਏ ਤਿਸੈ ਨਾ ਚਿਤੈ ਬਪੁੜੇ, ਹਰ ਗੁਰਮੁਖ ਸੋਝੀ ਪਾਈ। ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਲਾਹਣ ਮੰਦ, ਸੁਣਿਆ ਜੋਗ ਜੁਗ ਤਨ ਭੇਦ, ਸੁਣਿਆ ਸ਼ਾਸ ਸਿਮਰਤ ਵੇਦ। ਮੰਦਾ ਮਨੁੱਖ ਵੀ ਰੱਬ ਦੀ ਸਿਫਤ ਕਰਨ ਲੱਗ ਜਾਂਦਾ ਹੈ, ਜਾਂ ਸਰੀਰ ਦੀਆਂ ਜੁਗਤੀਆਂ ਦੇ ਭੇਦ ਪਤਾ ਲੱਗ ਜਾਂਦੇ ਨੇ, ਸਰੀਰ ਕੀ ਹੈ, ਸੰਸਾਰ ਕੀ ਹੈ, ਬਨਸਪਤੀ ਕੀ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਜੇ ਤੇ ਕਥਾ ਸੁਣਦੇ ਆ, ਕੀਰਤਨ ਸੁਣਦੇ ਆ, ਅੱਜ ਵੀ ਮੈਂ ਦੁਖੀ ਆ, ਮੇਰੇ ਪਾਪ ਨਹੀਂ ਖਤਮ ਹੋਏ, ਮੈਂ ਰੋਜ਼ ਕ੍ਰੋਧ ਕਰ ਰਿਹਾ, ਨਿੰਦਾ ਕਰ ਰਿਹਾ, ਫਿਰ ਸਮਝ ਲਓ ਮੈਂ ਨਹੀਂ ਸੁਣਿਆ। ਕਿਉਂਕਿ ਸੁਣਨ ਦੀਆਂ ਜਦੋਂ 4 ਸ਼ਰਤਾਂ ਪੂਰੀਆਂ ਕਰ ਲਈਆਂ, ਫਿਰ ਮੇਰੇ ਦੁੱਖ ਨਹੀਂ ਰਹਿਣਗੇ, ਮੇਰੇ ਪਾਪ ਮੁੱਕ ਜਾਣਗੇ, ਫਿਰ ਮੈਂ ਕ੍ਰੋਧ ਨਹੀਂ ਕਰਾਂਗਾ, ਨਿੰਦਿਆ ਚੁਗਲੀ ਨਹੀਂ ਕਰਾਂਗਾ, ਗਰੀਬ ਦਾ ਹੱਕ ਨਹੀਂ ਮਾਰਾਂਗਾ, ਫਿਰ ਮੈਂ ਦੁਖੀ ਨਹੀਂ ਹੋਵਾਂਗਾ, ਮੈਂ ਉਹਦੀ ਰਜ਼ਾ ਵਿੱਚ ਸੁਖੀ ਹੋ ਜਾਵਾਂਗਾ। ਕਿਉਂਕਿ ਨਾਨਕ ਭਗਤਾਂ ਸਦਾ ਵਿਗਾਸ, ਭਗਤਾਂ ਦੀ ਜ਼ਿੰਦਗੀ 'ਚ ਸਦਾ ਖੇੜਾ ਹੈ। ਸੁਣਿਆ ਦੁੱਖ ਪਾਪ ਕਾ ਨਾਸ, ਸੁਣਨ ਨਾਲ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਹੁਣ ਇਹ ਦੇਖ ਲਈਏ ਅਸੀਂ ਧਿਆਨ ਨਾਲ ਸੁਣਿਆ ਕਿ ਨਹੀਂ ਸੁਣਿਆ। ਜੇ ਤੇ ਦੁੱਖ ਪਾਪ ਖਤਮ ਹੋ ਗਏ ਫਿਰ ਤੇ ਸੁਣਿਆ, ਜੇ ਦੁੱਖ ਪਾਪ ਨਹੀਂ ਖਤਮ ਹੋਏ ਸਮਝ ਲਓ ਅਸੀਂ ਨਹੀਂ ਸੁਣਿਆ। ਸੱਜਣ ਵਰਗਿਆਂ ਨੇ ਇੱਕ ਸ਼ਬਦ ਸੁਣਿਆ, ਵਲੀ ਕੰਧਾਰੀ ਮਲਿਕ ਭਾਗੋ ਵਰਗਿਆਂ ਨੇ, ਨੂਰ ਸ਼ਾਹ ਜਾਦੂ ਵਰਗਿਆਂ ਨੇ, ਭੂਮੀ ਚੋਰ ਵਰਗਿਆਂ ਨੇ ਇੱਕ ਸ਼ਬਦ ਸੁਣਿਆ, ਔਰ ਸੁਣ ਕੇ ਸੱਚਮੁੱਚ ਸੁਣ ਕੇ ਦੁੱਖ ਪਾਪ ਤੋਂ ਮੁਕਤ ਹੋ ਗਏ। ਅਸੀਂ ਵੀ ਇਸ ਤਰ੍ਹਾਂ ਬਾਣੀ ਸੁਣ ਲਈਏ, ਸਾਡੀ ਜ਼ਿੰਦਗੀ 'ਚ ਤਬਦੀਲੀ ਆ ਜਾਏਗੀ। ਧੰਨਵਾਦ ਜੀ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਭਾਈ ਸਾਹਿਬ ਨੇ ਜੋ ਸੁਣਿਆ ਦਾ ਕਨਸੈਪਟ ਗੁਰਬਾਣੀ ਅਨੁਸਾਰ ਸਾਡੇ ਨਾਲ ਉਸ ਦੀ ਸਾਂਝ ਪਾਈਏ, ਇਸ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਕਿਉਂਕਿ ਸੁਣ ਤਾਂ ਅਸੀਂ ਬਹੁਤ ਕੁਝ ਰਹੇ ਹਾਂ, ਲੇਕਿਨ ਉਸ ਦਾ ਅਸਰ ਸਾਡੇ ਜੀਵਨ ਤੇ ਨਹੀਂ ਪੈ ਰਿਹਾ। ਇਸ ਵਾਸਤੇ ਪਰਿਵਰਤਨ ਲਿਆਉਣ ਲਈ ਜੋ ਭਾਈ ਸਾਹਿਬ ਨੇ ਗੱਲਬਾਤ ਕੀਤੀ, ਆਸ ਕਰਦੇ ਹਾਂ ਕਿ ਇਸ ਨੂੰ ਅਸੀਂ ਆਪਣੇ ਜੀਵਨ ਦਾ ਆਧਾਰ ਬਣਾਵਾਂਗੇ। ਤੇ ਜੋ ਇਹ ਪ੍ਰੋਗਰਾਮਸ ਦੇ ਵਿੱਚ ਅਸੀਂ ਤੁਹਾਡੇ ਤੱਕ ਟੌਪਿਕਸ ਲੈ ਕੇ ਆਉਂਦੇ ਹਾਂ, ਇਹ ਤਾਂ ਜਿੰਨਾ ਸੀਮਤ ਸਮਾਂ ਹੁੰਦਾ ਉਸ ਵਿੱਚ ਬੇਸਿਕਲੀ ਬਰੀਫ ਪੁਆਇੰਟਸ ਨੂੰ ਟੱਚ ਕਰ ਸਕਨੇ ਹਾਂ। ਹੋਰ ਬਹੁਤ ਕੁਝ ਹੈ ਜਿਸ ਦੇ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਪਰ ਇਸ ਵਾਸਤੇ ਗੁਰੂ ਨੇ ਕਿਹਾ ਕਿ ਜੋ ਸਾਨੂੰ ਵਿਵੇਕ ਬੁੱਧੀ ਮਿਲੀ ਹੈ ਉਸ ਦੀ ਵਰਤੋਂ ਕਰਕੇ ਅਸੀਂ ਹੋਰ ਅੰਦਰ ਜਾਈਏ, ਡੀਪਲੀ ਜਾਈਏ ਗੁਰਬਾਣੀ ਦੇ ਵਿੱਚ, ਤਾਂ ਕਿ ਆਪਣੇ ਆਪ ਰਿਸਰਚ ਕਰਕੇ ਅਸੀਂ ਕਿਸੇ ਮੁਕਾਮ ਤੇ ਪਹੁੰਚ ਸਕੀਏ। ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ। ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com ਤੇ ਸੰਪਰਕ ਕਰ ਸਕਦੇ ਹੋ। ਲੈਣਾ ਆ ਗਿਆ, ਸਭ ਦਾ ਧੰਨਵਾਦ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।